Good morning, everyone. I am Mukul Mittal from Government Polytechnic College from Girls Patiala, going to deliver my lecture on V and I movements. Before I discuss about how V and I is measured, what is the required of V and I? V is your voltage and I is your current, and a whole of electronics move around two things. One is your current, which is generated by the movement of electrons, and secondly the potential difference generated between the two sections, that is your voltage. So how that voltage and current is measured uh, by electronic instruments, that is how voltage and current is measured using electronic instruments is studied in this lecture. Now, how current can be measured? Ammeter is used to measure the current, and to measure the voltage we require your voltmeter. So, how ammeter is following some technology to measure the current, or how a voltmeter is using a technology to measure the voltage is discussed in this lecture. That is, what are the principles on which the measurement is done. देयर इज सम कुछ ना कुछ ਪਿੱਛੇ ਬੈਕ ਐਂਡ ਤੇ ਕੋਈ ਨਾ ਕੋਈ ਲੌਜਿਕ ਚੱਲ ਰਿਹਾ ਹੁੰਦਾ, ਜਿਸ ਲੌਜਿਕ ਦੇ ਬੇਸ ਤੇ ਆਪਾਂ ਵੋਲਟੇਜ ਜਾਂ ਕਰੰਟ ਨੂੰ ਮੈਜ਼ਰ ਕਰ ਸਕਦੇ ਹਾਂ, ਐਂਡ that logic is studied in this lecture, that is how the voltage and current is measured. Both depends upon the principle of deflecting torque produced by the electric current provided. ਮੇਨ ਚੀਜ਼ ਇਹ ਹੈ ਕਿ ਜਦੋਂ ਆਪਾਂ ਕੋਈ ਵੀ ਕਰੰਟ ਨੂੰ ਮੈਜ਼ਰ ਕਰਨਾ ਹੈ ਜਾਂ ਵੋਲਟੇਜ ਮੈਜ਼ਰ ਕਰਨੀ ਹੈ, ਆਪਾਂ ਉਹ ਕਰੰਟ ਇੱਕ ਕੋਇਲ ਨੂੰ ਪ੍ਰੋਵਾਈਡ ਕਰਦੇ ਹਾਂ, ਅਤੇ ਉਹ ਕੋਇਲ ਇੱਕ ਮੈਗਨੈਟਿਕ ਫੀਲਡ ਨੂੰ ਜਨਰੇਟ ਕਰੇਗੀ, ਅਤੇ ਜਦੋਂ ਉਹ ਮੈਗਨੈਟਿਕ ਫੀਲਡ ਕੱਟ ਹੋਏਗਾ ਉਸ ਟਾਈਮ ਆਪਣੇ ਕੋਲ ਜਿੰਨੀ ਡਿਫਲੈਕਸ਼ਨ ਆਉਂਦੀ ਹੈ ਇਨ ਦੈਟ ਮੀਟਰ ਇਜ਼ योर voltage and current in that section. See this example. ਹੁਣ ਆਹ ਡਾਇਗਰਾਮ ਦੇਖੋ, ਇਸ ਡਾਇਗਰਾਮ ਦੇ ਵਿੱਚ ਆਪਾਂ ਕੀ ਕੀਤਾ ਹੈ, ਇੱਕ ਪਰਮਾਨੈਂਟ ਮੈਗਨੇਟ ਰੱਖ ਲਈ N ਐਂਡ S, these are the two poles of the permanent magnet. ਇਸ ਦੇ ਵਿੱਚ ਆਪਾਂ ਇੱਕ ਮੂਵਿੰਗ ਕੋਇਲ ਰੱਖ ਲਈ, ਮੂਵਿੰਗ ਕੋਇਲ ਦੇ ਉੱਤੇ ਆਪਾਂ ਇੰਡੀਕੇਟਰ ਲਗਾਤਾ, ਮਤਲਬ ਜਦੋਂ ਇਹ ਕੋਇਲ ਮੂਵ ਕਰੇ ਕੋਰਸਪੋਂਡਿੰਗਲੀ ਜੋ ਇੰਡੀਕੇਟਰ ਹੈ ਉਹ ਵੀ ਮੂਵ ਕਰੇਗਾ, ਐਂਡ ਦੈਟ ਇੰਡੀਕੇਟਰ ਦੀ ਜਿਹੜੀ ਮੂਵਮੈਂਟ ਹੈ ਉਹ ਦੱਸੇਗੀ ਕਿੰਨਾ ਕੁ ਆਪਣਾ ਕਰੰਟ ਜਨਰੇਟ ਹੋਇਆ ਜਾਂ ਕਿੰਨੀ ਕੁ ਆਪਣੀ ਵੋਲਟੇਜ ਜਨਰੇਟ ਹੋਈ ਹੈ। ਹੁਣ ਲੌਜਿਕ ਕੀ ਹੈ ਇਹਦੇ ਪਿੱਛੇ, ਜਦੋਂ ਇੱਕ ਪਰਮਾਨੈਂਟ ਮੈਗਨੇਟ ਲਗਾਤੀ ਉਸਦਾ ਆਪਣਾ ਇੱਕ ਫੀਲਡ ਜਨਰੇਟ ਹੋ ਗਿਆ, ਆਪਣਾ ਇੱਕ ਮੈਗਨੈਟਿਕ ਫੀਲਡ ਹੋਏਗਾ, ਅਤੇ ਜਦੋਂ ਉਸਦੇ ਵਿੱਚ ਇੱਕ ਕੋਇਲ ਰੱਖੀ ਹੋਈ ਹੈ, ਉਸਦੇ ਵਿੱਚ ਜਦੋਂ ਵੀ ਆਪਾਂ ਕਿਸੇ ਕੋਇਲ ਦੇ ਵਿੱਚ, ਆਪਣਾ ਬੇਸਿਕ ਪ੍ਰਿੰਸੀਪਲ ਹੈ ਕਿ ਅਗਰ ਕੋਈ ਵੀ ਕੋਇਲ ਹੈ ਉਸਦੇ ਵਿੱਚ ਆਪਾਂ ਕਰੰਟ ਪਾਸ ਕਰੀਏ ਤਾਂ ਉਸਦੇ ਵਿੱਚ ਆਪਣੇ ਆਪ ਹੀ ਇੱਕ ਫੋਰਸ ਜਨਰੇਟ ਹੋ ਜਾਂਦੀ, ਦੈਟ ਇਜ਼ ਫਲੈਮਿੰਗਸ ਲੈਫਟ ਹੈਂਡ ਰੂਲ। ਅਗਰ ਆਪਾਂ ਦੇਖਦੇ ਹਾਂ ਕਿ ਅਗਰ ਕਿਸੇ ਵੀ ਕੋਇਲ ਦੇ ਵਿੱਚ ਅਗਰ ਆਪਾਂ ਕਰੰਟ ਪਾਸ ਕਰਦੇ ਹਾਂ ਤਾਂ ਆਪਣੇ ਆਪ ਹੀ ਉਸਦੇ ਵਿੱਚ ਇੱਕ ਆਪਣਾ ਮੈਗਨੈਟਿਕ ਫੀਲਡ ਜਨਰੇਟ ਹੋ ਜਾਂਦਾ, ਐਂਡ ਜਿਹੜਾ ਉਹ ਮੈਗਨੈਟਿਕ ਫੀਲਡ ਹੈ ਕੋਇਲ ਦਾ ਉਹ tries to in line with the main magnetic field generated by the permanent magnet. ਜਿਹੜੀ ਪਰਮਾਨੈਂਟ ਮੈਗਨੇਟ ਜੋ ਫੀਲਡ ਜਨਰੇਟ ਕਰ ਰਿਹਾ ਹੈ ਅਤੇ ਜੋ ਕੋਇਲ ਫੀਲਡ ਜਨਰੇਟ ਕਰ ਰਿਹਾ ਹੈ ਉਹ ਕੋਇਲ ਵਾਲਾ ਫੀਲਡ ਹੈ ਉਹ ਇਨ ਲਾਈਨ ਹੋਣ ਦੀ ਕੋਸ਼ਿਸ਼ ਕਰਦਾ ਹੈ ਵਿਦ ਦ ਫੀਲਡ ਜਨਰੇਟਡ ਬਾਈ ਦ ਪਰਮਾਨੈਂਟ ਮੈਗਨੇਟ, ਅਤੇ ਜਦੋਂ ਅਲਾਈਨ ਹੋਣ ਦੀ ਕੋਸ਼ਿਸ਼ ਕਰਦਾ ਹੈ ਉਸ ਟਾਈਮ ਇਸ ਦੇ ਵਿੱਚ ਮੂਵਮੈਂਟ ਆਉਂਦੀ ਹੈ। ਮਤਲਬ ਕੀ ਹੈ ਕਿ ਅਗਰ ਕੋਇਲ ਦੇ ਵਿੱਚ ਅਗਰ ਆਪਾਂ ਕੋਈ ਵੀ ਕਰੰਟ ਪਾਸ ਕਰਦੇ ਹਾਂ ਤਾਂ ਆਪਣਾ ਇੱਕ ਮੈਗਨੈਟਿਕ ਫੀਲਡ ਜਨਰੇਟ ਹੁੰਦਾ ਹੈ, ਅਤੇ ਉਸ ਮੈਗਨੈਟਿਕ ਫੀਲਡ ਦੇ ਜਨਰੇਟ ਹੋਣ ਕਰਕੇ ਹੀ ਇਸ ਕੋਇਲ ਦੇ ਵਿੱਚ ਮੂਵਮੈਂਟ ਆਉਂਦੀ ਹੈ, ਅਤੇ ਜਿੰਨੀ ਕੁ ਕੋਇਲ ਦੇ ਵਿੱਚ ਮੂਵਮੈਂਟ ਆਏਗੀ ਉਸਦੇ ਕੋਰਸਪੋਂਡਿੰਗਲੀ ਜੋ ਕੋਇਲ ਦੇ ਉੱਤੇ ਇੰਡੀਕੇਟਰ ਲੱਗਿਆ ਹੋਇਆ ਹੈ ਉਹ ਵੀ ਮੂਵ ਕਰੇਗਾ, ਅਤੇ ਉਸ ਇੰਡੀਕੇਟਰ ਦੀ ਮੂਵਮੈਂਟ ਦੇ ਨਾਲ ਆਪਣੇ ਕੋਲ ਵੋਲਟੇਜ ਜਾਂ ਕਰੰਟ ਆਪਾਂ ਮੇਜਰ ਕਰ ਸਕਦੇ ਹਾਂ। ਲੌਜਿਕ ਐਮੀਟਰ ਅਤੇ ਵੋਲਟਮੀਟਰ ਦੇ ਪਿੱਛੇ ਸੇਮ ਹੈ ਕਿ ਦੋਨਾਂ ਦੇ ਵਿੱਚ ਹੀ ਆਪਾਂ ਸੇਮ ਪ੍ਰਿੰਸੀਪਲ ਯੂਜ਼ ਕਰਦੇ ਹਾਂ, ਬਟ ਜਦੋਂ ਆਪਾਂ ਵੋਲਟੇਜ ਮੇਜਰ ਕਰਨੀ ਹੈ ਤਾਂ ਆਪਾਂ ਰੈਜ਼ਿਸਟੈਂਸ ਲਗਾ ਕੇ ਉਸਦੇ ਅਕਰੋਸ ਪੋਟੈਂਸ਼ੀਅਲ ਨੂੰ ਮੇਜਰ ਕਰ ਲੈਂਦੇ ਹਾਂ, ਅਤੇ ਜਦੋਂ ਆਪਾਂ ਕਰੰਟ ਮੇਜਰ ਕਰਨਾ ਹੈ ਉਹ ਆਪਾਂ ਡਾਇਰੈਕਟਲੀ ਐਜ਼ ਇਟ ਇਜ਼ ਜਿੰਨਾ ਇੰਡੀਕੇਟਰ ਸ਼ੋ ਕਰਦਾ ਉਵੇਂ ਮੇਜਰ ਕਰ ਲੈਂਦੇ ਹਾਂ। ਹੁਣ ਜਸਟ ਇੱਕ ਡਾਇਗਰਾਮ ਦੇਖੋ, ਇਸ ਡਾਇਗਰਾਮ ਦੇ ਵਿੱਚ ਦਿਸ ਰੈਡ ਇਜ਼ ਐਨ ਇੰਡੀਕੇਟਰ,
ਆ ਜੋ ਰੈਡ ਲਾइन है इंडिकेटर है। ਹੁਣ ਜਿਹੜੀ ਇਹ ਹੈ ਇੱਥੇ ਅਗਰ ਤੁਸੀਂ ਇੰਟਰਨਲ ਪੋਰਸ਼ਨ ਦੇਖੋਗੇ ਤਾਂ ਇੱਥੇ ਇੱਕ ਪਰਮਾਨੈਂਟ ਮੈਗਨੇਟ ਲੱਗੀ ਹੋਏਗੀ ਅਤੇ ਪਰਮਾਨੈਂਟ ਮੈਗਨੇਟ ਜਿਹੜੀ ਇਹ ਇੰਡੀਕੇਟਰ ਹੈ ਇਹ ਕਨੈਕਟ ਕੀਤਾ ਜਾਂਦਾ ਵਿਦ ਦ ਕੋਇਲ। ਹੁਣ ਜੋ ਤੁਸੀਂ ਜਿੰਨਾ ਕਰੰਟ ਤੁਸੀਂ ਮੈਜ਼ਰ ਕਰਨਾ ਹੈ ਤੁਸੀਂ ਉਸ ਕੋਇਲ ਨੂੰ ਦਿਓਗੇ ਅਤੇ ਜਦੋਂ ਕੋਇਲ ਨੂੰ ਦਿਓਗੇ ਤਾਂ ਉਸਦੇ ਵਿੱਚ ਆਪਣੀ ਇੱਕ ਫੋਰਸ ਜਨਰੇਟ ਹੋਏਗੀ ਕਿਉਂਕਿ ਇੱਕ ਆਪਣਾ ਮੈਗਨੈਟਿਕ ਫੀਲਡ ਜਨਰੇਟ ਹੋ ਜਾਏਗਾ। ਅਗਰ ਕਿਸੇ ਕੋਇਲ ਦੇ ਵਿੱਚ ਤੁਸੀਂ ਕਰੰਟ ਪਾਸ ਕਰ ਰਹੇ ਹੋ ਤਾਂ ਉਸਦੇ ਵਿੱਚ ਆਪਣਾ ਇੱਕ ਮੈਗਨੈਟਿਕ ਫੀਲਡ ਜਨਰੇਟ ਹੋ ਜਾਂਦਾ ਅਤੇ ਉਸ ਮੈਗਨੈਟਿਕ ਫੀਲਡ ਜਨਰੇਟ ਹੋਣ ਕਰਕੇ ਇੱਕ ਫੋਰਸ ਜਨਰੇਟ ਹੁੰਦੀ ਹੈ ਅਤੇ ਉਹੀ ਫੋਰਸ ਜਿਹੜੀ ਹੁੰਦੀ ਹੈ ਉਹ ਇਸ ਇੰਡੀਕੇਟਰ ਨੂੰ ਮੂਵ ਕਰੇਗੀ। ਨਾਓ ਹੁਣ what is the difference between torque and a force? ਪਹਿਲਾਂ ਤਾਂ ਇੱਕ ਇਹ ਕੰਸੈਪਟ ਜ਼ਰੂਰ ਕਲੀਅਰ ਹੋਣਾ ਚਾਹੀਦਾ ਕਿ ਟਾਰਕ ਅਤੇ ਫੋਰਸ ਕੀ ਹੈ। ਫੋਰਸ ਦਾ ਜਦੋਂ ਆਪਾਂ ਲਗਾਉਂਦੇ ਹਾਂ ਕਿਸੇ ਵੀ ਸਬਸਟੈਂਸ 'ਤੇ ਜਾਂ ਕਿਸੇ ਵੀ ਚੀਜ਼ 'ਤੇ ਆਪਾਂ ਫੋਰਸ ਲਗਾਉਂਦੇ ਹਾਂ ਉਹ ਮੂਵ ਕਰਦੀ ਹੈ ਵਿਦ ਰਿਸਪੈਕਟ ਟੂ ਟਾਈਮ ਜਦੋਂ ਆਪਾਂ ਫੋਰਸ ਲਗਾਤੀ। ਬਟ ਟਾਰਕ ਦੇ ਕੇਸ ਵਿੱਚ ਕੀ ਹੈ ਕਿ ਜਦੋਂ ਫੋਰਸ ਲੱਗੇਗੀ ਉਹ ਇਸ ਤਰ੍ਹਾਂ ਲੱਗੇਗੀ ਕਿ ਉਹਦਾ ਇੱਕ ਐਂਡ ਜਿਹੜਾ ਹੈ ਆਪਾਂ ਫਿਕਸ ਕਰ ਦਾਂਗੇ, ਦੂਸਰਾ ਐਂਡ ਉਸਦਾ ਮੂਵਿੰਗ ਹੈ ਅਤੇ ਜਦੋਂ ਟਾਰਕ ਲੱਗੇਗੀ ਤਾਂ ਉਹ ਰੋਟੇਟ ਕਰੇਗਾ ਟੂਵਰਡਸ ਦ ਰੇਡੀਅਲ ਐਕਸਿਸ। ਜੋ ਵੀ ਆ ਸਰਕੂਲਰ ਫਾਰਮ ਹੋਏਗੀ ਇਸਦੇ ਆਸ ਪਾਸ ਉਹ ਜਿਹੜਾ ਇਹ ਐਕਸਿਸ ਦੇ ਅਕ੍ਰੋਸ ਇੰਡੀਕੇਟਰ ਮੂਵ ਕਰੇਗਾ। ਸੋ ਦਿਸ ਇਜ਼ ਨੋਨ ਐਜ਼ ਯੋਰ ਟਾਰਕ। ਹੁਣ we have a number of torques which are to be used in this voltage and current measurement. First is your deflecting torque. Deflecting torque ਕੀ ਹੈ ਕਿ ਇਹ ਕਿੰਨਾ ਕੁ ਇੰਡੀਕੇਟਰ ਮੂਵ ਕਰ ਰਿਹਾ, ਇੱਥੇ ਤੋਂ ਲੈ ਕੇ ਇੱਥੇ ਤੱਕ ਇਹ ਮੂਵ ਕਰ ਸਕਦਾ। ਦਿਸ ਇਜ਼ ਯੋਰ ਡਿਫਲੈਕਟਿੰਗ ਟਾਰਕ। ਕੰਟਰੋਲਿੰਗ ਟਾਰਕ ਕੀ ਹੈ ਕਿ ਜਦੋਂ ਇਹ ਡਿਫਲੈਕਟ ਕਰ ਰਿਹਾ ਤਾਂ ਇਹ ਜ਼ਿਆਦਾ ਅੱਗੇ ਨਾ ਮੂਵ ਕਰੇ, ਕੰਟਰੋਲਡ ਫਾਰਮ ਦੇ ਵਿੱਚ ਇਹ ਮੂਵ ਕਰੇ। ਐਂਡ ਥਰਡ ਇਜ਼ ਯੋਰ ਡੈਂਪਿੰਗ ਟਾਰਕ। ਜਦੋਂ ਵੀ ਕੋਈ ਮੈਗਨੈਟਿਕ ਫੀਲਡ ਲੱਗਦਾ ਹੈ ਐਂਡ ਮੈਗਨੈਟਿਕ ਫੀਲਡ ਦੀ ਰੇਂਜ ਕਰਕੇ ਜਦੋਂ ਫੋਰਸ ਲੱਗਦੀ ਹੈ ਜਾਂ ਮੂਵਮੈਂਟ ਆਉਂਦੀ ਹੈ ਬਿਟਵੀਨ ਦ ਇੰਡੀਕੇਟਰ ਤਾਂ ਉਸਦਾ ਇੱਕ ਆਪੋਜ਼ਿਟ ਫੀਲਡ ਵੀ ਜਨਰੇਟ ਹੋ ਜਾਂਦਾ ਹੈ ਐਂਡ ਦੈਟ ਆਪੋਜ਼ਿਟ ਫੀਲਡ ਇਜ਼ ਨੋਨ ਐਜ਼ ਯੋਰ ਐਡੀ ਕਰੰਟਸ। ਐਂਡ ਜਦੋਂ ਉਹ ਐਡੀ ਕਰੰਟਸ ਇਸ ਇੰਡੀਕੇਟਰ ਦੇ ਉੱਤੇ ਲੱਗਣਗੇ ਤਾਂ ਇਸ ਦੀ ਇੰਡੀਕੇਟਰ ਨੂੰ ਪ੍ਰੋਪਰਲੀ ਮੂਵ ਕਰਨ ਜਾਂ ਉਸਨੂੰ ਡੈਂਪ ਕਰਨ ਦੇ ਵਿੱਚ ਹੈਲਪਫੁਲ ਹੋਣਗੇ ਜਾਂ ਉਸਨੂੰ ਡੈਂਪ ਕਰਨ ਦੀ ਕੋਸ਼ਿਸ਼ ਕਰਨਗੇ ਐਂਡ ਦੈਟ ਇਜ਼ ਨੋਨ ਐਜ਼ ਯੋਰ ਡੈਂਪਿੰਗ ਟਾਰਕ। ਤਾਂ ਜਦੋਂ ਵੀ ਆਪਾਂ ਟਰਮਸ ਇਹ ਯੂਜ਼ ਕਰਾਂਗੇ ਕਮਿੰਗ ਲੈਕਚਰ ਦੇ ਵਿੱਚ, ਫਸਟ ਇਜ਼ ਯੋਰ ਡਿਫਲੈਕਟਿੰਗ ਟਾਰਕ ਜਿਹੜੀ ਇਹ ਇੰਡੀਕੇਟਰ ਦੇ ਵਿੱਚ ਡਿਫਲੈਕਸ਼ਨ ਆ ਰਹੀ ਹੈ। ਸੈਕੰਡਲੀ ਕੰਟਰੋਲਿੰਗ ਟਾਰਕ, ਇਹ ਪ੍ਰੋਪਰ ਕੰਟਰੋਲ ਦੇ ਵਿੱਚ ਰਵੇ। ਥਰਡ ਇਜ਼ ਯੋਰ ਡੈਂਪਿੰਗ ਟਾਰਕ ਕਿ ਅਗਰ ਐਡੀ ਕਰੰਟਸ ਲੱਗ ਰਹੇ ਤਾਂ ਉਸਦਾ ਕਿੰਨਾ ਕੁ ਇਫੈਕਟ ਇਸ ਇੰਡੀਕੇਟਰ ਦੇ ਉੱਤੇ ਹੈਗੇ। These are the three talks which I will discuss or I use these terms in this lecture. Next is your PMMC, that is permanent magnet moving coil. Permanent magnet type moving coil मतलब एक permanent magnet ले ली। This is your permanent magnet. See this diagram. इस diagram ਦੇ ਵਿੱਚ ਜਿੱਥੇ ਮੈਂ ਇੰਡੀਕੇਟਰ ਸ਼ੋ ਕਰ ਰਿਹਾ this is your permanent magnet and this centrally ਜੋ ਬਾਕਸ ਬਣਿਆ ਹੋਇਆ rectangular this is your moving coil. ਇਹਨੂੰ ਤੁਸੀਂ ਕਹਿੰਦੇ ਹੋ moving coil. From there the name is generated as permanent magnet moving coil. ਹੁਣ ਉਹੀ ਪ੍ਰਿੰਸੀਪਲ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਅਗਰ ਕਿਸੇ ਪਰਮਾਨੈਂਟ ਮੈਗਨੇਟ ਦੇ ਵਿੱਚ ਇਹ ਤੁਹਾਡੇ ਕੋਲ ਦੋ ਪੋਲਸ ਹੋ ਗਏ ਮੈਗਨੇਟ ਦੇ, ਨਾਰਥ ਐਂਡ ਸਾਊਥ ਪੋਲ, ਦਿਸ ਇਜ਼ ਯੋਰ ਪਰਮਾਨੈਂਟ ਮੈਗਨੇਟ। ਤਾਂ ਇਸ ਮੈਗਨੇਟ ਦਾ ਆਪਣਾ ਇੱਕ ਫੀਲਡ ਹੋਏਗਾ, ਮੈਗਨੈਟਿਕ ਫੀਲਡ ਜਨਰੇਟ ਹੋ ਜਾਏਗਾ। ਜਦੋਂ ਇਸ ਮੈਗਨੈਟਿਕ ਫੀਲਡ ਦੇ ਵਿੱਚ ਪਰਮਾਨੈਂਟ ਮੈਗਨੈਟਿਕ ਫੀਲਡ ਵਿਚ ਇਜ਼ ਜਨਰੇਟਡ ਬਾय ਦ ਫਿਕਸਡ ਕੋਇਲਸ, ਅਗਰ ਉਹ ਜਨਰੇਟ ਮੈਗਨੈਟਿਕ ਫੀਲਡ ਦੇ ਵਿੱਚ ਆਪਾਂ ਕੋਈ ਵੀ ਮੂਵਿੰਗ ਕੋਇਲ ਜਿਹੜੀ ਇਹ ਕੋਇਲ ਹੈ ਇਹ ਮੂਵ ਕਰ ਰਹੀ ਹੈ, ਫਿਕਸ ਨਹੀਂ ਹੈਗੀ। ਅਗਰ ਕਿਸੇ ਵੀ ਪਰਮਾਨੈਂਟ ਮੈਗਨੈਟਿਕ ਫੀਲਡ ਦੇ ਵਿੱਚ ਆਪਾਂ ਕੋਈ ਮੂਵਿੰਗ ਕੋਇਲ ਰੱਖਾਂਗੇ ਅਤੇ ਉਸ ਕੋਇਲ ਦੇ ਵਿੱਚ ਅਗਰ ਆਪਾਂ ਕੋਈ ਕਰੰਟ ਪਾਸ ਕਰਾਂਗੇ ਤਾਂ ਇਸ ਦੇ ਵਿੱਚ ਆਪਣੇ ਆਪ ਹੀ ਇੱਕ ਫੋਰਸ ਜਨਰੇਟ ਹੋਏਗੀ, ਇਸ ਦੇ ਵਿੱਚ ਆਪਣੇ ਆਪ ਇੱਕ ਫੋਰਸ ਜਨਰੇਟ ਹੋਏਗੀ ਐਂਡ ਦੈਟ ਇਜ਼ ਯੋਰ ਪਰਮਾਨੈਂਟ ਮੈਗਨੇਟ ਵਿਦ ਮੂਵਿੰਗ ਕੋਇਲਸ। ਅਤੇ ਇਹੀ ਹੈ ਕਿ ਜਿੰਨੀ ਕਿ ਇਹਦੇ 'ਚ ਮੂਵਮੈਂਟ ਆਏਗੀ ਉਹ ਆਪਾਂ ਇੰਡੀਕੇਟਰ ਦੇ ਥਰੂ ਆਪਾਂ ਮੇਜਰ ਕਰ ਸਕਦੇ ਹਾਂ। ਸੀ ਦਿਸ ਇਸ ਦਾ ਹੀ ਇੱਕ ਪਾਰਟ ਹੈ, ਦੇਖੋ ਇੱਕ ਨਾਰਥ ਅਤੇ ਸਾਊਥ ਪੋਲ ਪਰਮਾਨੈਂਟ ਮੈਗਨੇਟ ਹੈ ਵਿੱਚ ਆਪਾਂ ਕੀ ਲਗਾਤੀ ਕੋਇਲ। ਕੋਇਲ ਜਦੋਂ ਕੋਇਲ ਦੇ ਵਿੱਚ ਆਪਾਂ ਕਰੰਟ ਪਾਸ ਕਰਾਂਗੇ
ਉਸਦੇ ਕੋਰਸਪੋਂਡਿੰਗਲੀ ਇਸ ਦੇ ਵਿੱਚ ਮੂਵਮੈਂਟ ਆਏਗੀ ਤੇ ਜਿੰਨੀ ਕੁ ਮੂਵਮੈਂਟ ਆਏਗੀ ਉਸਦੇ ਕੋਰਸਪੋਂਡਿੰਗਲੀ ਹੀ ਪੁਆਇੰਟਰ ਜਿਹੜਾ ਹੈ ਉਹ ਮੂਵ ਕਰੇਗਾ ਤੇ ਜਿੰਨਾ ਪੁਆਇੰਟਰ ਮੂਵ ਕਰੇਗਾ ਉਸਦੇ ਕੋਰਸਪੋਂਡਿੰਗਲੀ ਆਪਾਂ ਕਰੰਟ ਤੇ ਵੋਲਟੇਜ ਨੂੰ ਮੈਜ਼ਰ ਕਰ ਸਕਦੇ ਹਾਂ। ਨਾਓ ਹੁਣ ਇਸ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ, ਇਟ ਇਜ਼ ਆਲਸੋ ਨੋਨ ਐਸ ਡੀ ਆਰਸਨੋਵਲ ਪ੍ਰਿੰਸੀਪਲ। ਡੀ ਆਰਸਨੋਵਲ ਪ੍ਰਿੰਸੀਪਲ ਦੇ ਉੱਤੇ ਇਹ ਵਰਕ ਕਰਦਾ। ਇਸ ਦੇ ਵਿੱਚ ਕੀ ਕਰਦੇ ਆ, ਇੱਕ ਆਪਾਂ ਜਿਹੜੀ ਇੱਕ ਕੋਇਲ ਜਿਹੜੀ ਬਣਾਉਂਦੇ ਆ ਇਹ ਆਪਾਂ ਇਸ ਤਰ੍ਹਾਂ ਬਣਾਉਂਦੇ ਆ ਕਿ ਇੱਕ ਰੈਕਟੈਂਗੂਲਰ ਬਾਕਸ ਲੈ ਲੈਂਦੇ ਹਾਂ, ਇੱਕ ਰੈਕਟੈਂਗੂਲਰ ਬਾਕਸ ਜਾਂ ਇੱਕ ਰੈਕਟੈਂਗੂਲਰ ਲਾਈਟ ਫਾਰਮ ਆਪਾਂ ਕੋਇਲ ਜਨਰੇਟਰ ਲੈ ਕੇ ਉਸਦੇ ਆਸ-ਪਾਸ ਆਪਾਂ ਕੋਇਲ ਨੂੰ ਰੈਪ ਕਰਦੇ ਹਾਂ। ਕੋਇਲ ਕਿਵੇਂ ਰੈਪ ਕੀਤੀ ਜਾਂਦੀ, ਜਸਟ ਇੱਕ ਕਾਪਰ ਵਾਇਰ ਨੂੰ ਅਗਰ ਆਪਾਂ ਲਈਏ ਤੇ ਉਸ ਨੂੰ ਇਸ ਰੈਕਟੈਂਗੂਲਰ ਬਾਕਸ ਦੇ ਅਰਾਊਂਡ ਅਗਰ ਆਪਾਂ ਰੈਪ ਕਰਦੇ ਹਾਂ ਤਾਂ ਉਹ ਇੱਕ ਰੈਕਟੈਂਗੂਲਰ ਕੋਇਲ ਬਣ ਜਾਂਦੀ। ਤੇ ਜਦੋਂ ਇਹ ਕੋਇਲ ਫਾਰਮ ਹੋ ਕੇ ਇਸ ਪਰਮਾਨੈਂਟ ਮੈਗਨੈਟਿਕ ਫੀਲਡ ਦੇ ਵਿੱਚ ਰੱਖੀ ਜਾਏਗੀ ਤਾਂ ਅਗਰ ਆਪਾਂ ਇਸ ਕੋਇਲ ਦੇ ਵਿੱਚ ਕਰੰਟ ਪਾਸ ਕਰਾਂਗੇ ਤਾਂ ਇਹ ਕਰੰਟ ਜਿਹੜਾ ਹੋਏਗਾ ਇਹ ਕੋਰਸਪੋਂਡਿੰਗਲੀ ਇੱਕ ਮੈਗਨੈਟਿਕ ਫੀਲਡ ਜਨਰੇਟ ਕਰੇਗਾ ਤੇ ਉਹ ਮੈਗਨੈਟਿਕ ਫੀਲਡ tries to in line with the main magnetic field which is generated by these two pole magnets ਤੇ ਉਹ ਜਦੋਂ ਇਨਲਾਈਨ ਹੋਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦੇ ਵਿੱਚ ਇੱਕ ਫੋਰਸ ਜਾਂ ਇੱਕ ਮੂਵਮੈਂਟ ਜਨਰੇਟ ਹੋ ਜਾਏਗੀ ਬਿਟਵੀਨ ਦ ਕੋਇਲ। ਨਾਓ ਸੀ ਦਿਸ ਇਜ਼ ਉਹੀ ਡਾਇਗਰਾਮ ਆਪਾਂ ਐਕਸਪਲੇਨ ਥੋੜ੍ਹਾ ਜਿਹਾ ਜ਼ਿਆਦਾ ਕਰਦੇ ਹਾਂ। ਨਾਰਥ ਤੇ ਸਾਊਥ ਪੋਲ ਦੀਜ਼ ਆਰ ਦਾ ਪਰਮਾਨੈਂਟ ਮੈਗਨੇਟ। ਇਹ ਆਪਣਾ ਇੱਕ ਫੀਲਡ ਜਨਰੇਟ ਹੋਏਗਾ, ਜਿਹੜੀ ਇਹ ਕੋਇਲ ਹੈ this coil एक अपना field generate कर रही है and this coil tries to in line with the field generated by this permanent magnet। ਤੇ ਜਦੋਂ in line ਹੋਣ ਦੀ ਕੋਸ਼ਿਸ਼ ਕਰੇਗੀ ਉਸ ਟਾਈਮ ਉਸ ਦੇ ਵਿੱਚ ਫੋਰਸ ਆਏਗੀ ਕਿਉਂਕਿ ਲਾਈਨ ਹੋਏਗੀ ਤਾਂ ਮੂਵਮੈਂਟ ਹੋਏਗੀ ਤੇ ਜਿੰਨੀ ਕੁ ਮੂਵਮੈਂਟ ਹੋਏਗੀ ਉਹ ਡਿਪੈਂਡ ਕਰੇਗੀ ਜਿੰਨਾ ਕਰੰਟ ਆਪਾਂ ਕੋਇਲ ਦੇ ਵਿੱਚ ਪਾਸ ਕਰ ਰਹੇ ਹਾਂ ਐਂਡ ਉਨੀ ਹੀ ਕੋਰਸਪੋਂਡਿੰਗਲੀ ਇੰਡੀਕੇਟਰ ਦੇ ਉੱਤੇ ਤੁਹਾਡੀ ਮੂਵਮੈਂਟ ਜੋ ਹੈ ਉਹ ਸ਼ੋ ਹੋ ਜਾਏਗੀ। ਸੋ ਇਨ ਦਿਸ due to the force acting on the current carrying coil, deflection torque is produced and Fr is the field which is generated by the coil tries to match with Fm is the field generated by the permanent magnet। next अगर आप इसनों हुई mathematically explain करते हैं, force is equal to B, L, N and I। B is your flux density, L is your length of the coil ਜਿਹੜੀ ਵੀ coil ਆਪਾਂ ਵਿੱਚ ਲਗਾ ਰਹੇ ਹਾਂ, N is the number of turns on the coil and I is the current which is passed through the coil। ਤਾਂ ਅਗਰ ਆਪਾਂ ਟਾਰਕ ਲਗਾਉਂਦੇ ਹਾਂ ਤਾਂ ਇੱਕ ਫੀਲਡ ਤੇ ਲਗਾਵਾਂਗੇ ਤਾਂ then it is given as twice of F into R ਕਿਉਂਕਿ ਹਾਫ ਪੋਰਸ਼ਨ ਤੇ ਟਾਰਕ ਲੱਗ ਰਹੀ ਹੈ ਤੇ which is given as your 2 twice of BL NIR and all the components that is B, L, N and R are the constant। ये सारे constant है। so torque is directly proportional to I, that is जिन्ना का आपा करंट पास करांगे उसदे correspondingly torque होएगी and your controlling torque that is TC is directly proportional to phi, किन्ना magnetic field generate हो रहे हैं and magnetic field is directly proportional to current। मतलब जिन्ना का आपा करंट पास करांगे to the coil ਦੇ ਵਿੱਚ उन्ना ही ਤੁਹਾਡੇ ਕੋਲ इंडिकेशन आएगी। these relation should be always linear। ਇਹ ਲੀਨੀਅਰ ਹੋਣਾ ਚਾਹੀਦਾ ਹੈ ਕਿ ਜਿੰਨਾ ਕੁ ਆਪਾਂ ਕਰੰਟ ਦੇ ਰਹੇ ਹਾਂ ਉਨੀ ਹੀ ਤੁਹਾਡੀ ਉਹਦੇ ਵਿੱਚ ਇੰਡੀਕੇਟਰ ਦੇ ਵਿੱਚ ਮੂਵਮੈਂਟ ਹੋਵੇ, ਉਨੀ ਹੀ ਤੁਹਾਡੀ ਟਾਰਕ ਪ੍ਰੋਡਿਊਸ ਹੋਵੇ। ਨਾਓ PMMC ਆਰ ਨਾਟ ਯੂਜ਼ਡ ਫॉर AC ਮੇਜਰਮੈਂਟਸ। ਹੁਣ ਇਹ ਸਭ ਤੋਂ ਵੱਡਾ ਡਰਾਬੈਕ ਹੈ ਜਿਹੜੇ PMMC ਦੈਟ ਇਜ਼ ਪਰਮਾਨੈਂਟ ਮੈਗਨੇਟ ਮੂਵਿੰਗ ਕੋਇਲਸ ਹੈਗੀਆਂ, ਇਹ ਸਿਰਫ ਆਪਾਂ ਯੂਜ਼ ਕਰਦੇ ਹਾਂ ਫॉर ਦ DC ਮੇਜਰਮੈਂਟ। AC ਮੇਜਰਮੈਂਟ ਵਾਸਤੇ ਆਪਾਂ ਨਹੀਂ ਯੂਜ਼ ਕਰ ਸਕਦੇ। ਜੇ ਆਪਾਂ ਇਹਨੂੰ AC ਮੇਜਰਮੈਂਟ ਵਾਸਤੇ ਯੂਜ਼ ਕਰਾਂਗੇ ਤਾਂ ਕੀ ਹੋਏਗਾ ਕਿ ਜਦੋਂ ਆਲਟਰਨੇਟਿਵ ਸਾਈਕਲ ਆਏਗਾ, ਪਹਿਲਾਂ ਇੱਕ ਪੋਜ਼ਿਟਿਵ ਸਾਈਕਲ ਆ ਰਿਹਾ ਉਸਦੇ ਕੋਰਸਪੋਂਡਿੰਗਲੀ ਉਸਦੇ ਵਿੱਚ ਇੰਡੀਕੇਟਰ 'ਚ ਮੂਵਮੈਂਟ ਹੋਏਗੀ, ਜਦੋਂ ਨੈਗੇਟਿਵ ਸਾਈਕਲ ਆਏਗਾ ਉਹ ਦੁਬਾਰਾ ਬੈਕ ਮੂਵ ਕਰਨ ਦੀ ਕੋਸ਼ਿਸ਼ ਕਰੇਗਾ ਇੰਡੀਕੇਟਰ, ਤਾਂ ਉਹ ਇੱਕੋ ਹੀ ਜਗ੍ਹਾ 'ਤੇ ਵਾਈਬਰੇਟ ਹੁੰਦਾ ਰਹੇਗਾ ਅਤੇ ਉਹ ਕੋਈ ਵੀ ਰੀਡਿੰਗ ਸ਼ੋ ਨਹੀਂ ਕਰ ਪਾਏਗਾ ਐਂਡ ਦ ਐਵਰੇਜ ਵੈਲਿਊ ਵਿਚ ਕਮਜ਼ ਆਊਟ ਟੂ ਬੀ ਅ 0। So PMMC are not used for AC measurements because when the alternating cycle will come then the pointer will move in another direction, opposite direction जान दी कोशिश करेगा and the pointer will follow the rapid variations, आगे पीछे जांदा रहेगा and the average value which comes out for the movement of the indicator is 0।
ਤਾਂ ਕੋਈ ਵੀ ਤੁਹਾਡੇ ਕੋਲ ਆਊਟਪੁੱਟ ਸ਼ੋ ਨਹੀਂ ਹੋਏਗੀ, ਬਸ ਐਵੇਂ ਲੱਗੇਗਾ ਕਿ ਜਿਹੜਾ ਇੰਡੀਕੇਟਰ ਇੱਕ ਜਗ੍ਹਾ ਤੇ ਜਸਟ ਵਾਈਬ੍ਰੇਟ ਕਰ ਰਿਹਾ ਹੈ ਅਗਰ ਆਪਾਂ AC ਕਰੰਟ ਦੇਵਾਂਗੇ, ਬਿਕੋਜ਼ ਆਫ ਦ ਚੇਂਜ ਇਨ ਦ ਪੋਲੈਰਿਟੀ ਆਫ ਦ ਸਾਈਕਲ ਇਨ AC। ਨਾਓ ਇਸ ਦੇ ਐਡਵਾਂਟੇजेस ਕੀ ਹੈ ਯਾਰ PMMC ਦੇ? ਇਟ ਹੈਜ਼ ਅ ਯੂਨੀਫਾਰਮ ਸਕੇਲ। ਯੂਨੀਫਾਰਮ ਸਕੇਲ ਮਤਲਬ ਕੀ ਹੈ ਕਿ ਇਸ ਦੀ ਵੇਰੀਏਸ਼ਨ ਜਿਹੜੀ ਹੈਗੀ ਹੈ ਦੈਟ ਇਜ਼ ਅਪ ਟੂ 250 ਡਿਗਰੀਜ਼ ਤੱਕ ਆਪਾਂ ਵੈਲਿਊ ਨੂੰ ਮੇਜਰ ਕਰ ਸਕਦੇ ਹਾਂ। ਸੈਂਸਿਟੀਵਿਟੀ ਇਜ਼ ਹਾਈ, ਥੋੜ੍ਹਾ ਜਿਹਾ ਕਰੰਟ ਦਿੰਦੇ ਆ, ਕੋਰਸਪੋਂਡਿੰਗਲੀ ਤੁਹਾਡੇ ਕੋਲ ਉਨੀ ਹੀ ਇੰਡੀਕੇਟਰ ਦੇ ਵਿੱਚ ਮੂਵਮੈਂਟ ਆ ਜਾਂਦੀ ਹੈ। ਐਡੀਸ਼ਨਲ ਡੈਂਪਿੰਗ ਡਿਵਾਈਸ ਇਜ਼ ਨਾਟ ਰਿਕੁਆਇਰਡ, ਕਿਉਂਕਿ ਡੈਂਪਿੰਗ ਉਸਦੇ ਉੱਤੇ ਆਲਰੇਡੀ ਲੱਗ ਰਹੀ ਹੈ ਬਿਕੋਜ਼ ਆਫ ਦ ਐਡੀ ਕਰੰਟਸ ਜਨਰੇਟਡ, ਸੋ ਆਪਾਂ ਨੂੰ ਕੋਈ ਵੀ ਐਡੀਸ਼ਨਲ ਡੈਂਪਿੰਗ ਪ੍ਰੋਵਾਈਡ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਇਟ ਕੰਜ਼ਿਊਮਸ ਲੈਸ ਪਾਵਰ ਘੱਟ ਕੰਜ਼ਿਊਮ ਕਰਦਾ, ਐਂਡ ਐਕੂਰੇਸੀ ਇਜ਼ ਵੈਰੀ ਮਚ ਹਾਈ। ਬਟ ਇਸਦੇ ਕੀ ਡਿਸਐਡਵਾਂਟੇजेस ਹੈ? ਇੱਕ ਤਾਂ ਇਸਦੀ ਕਾਸਟ ਬਹੁਤ ਹਾਈ ਹੈ ਤੇ ਇਹਨੂੰ ਸਿਰਫ ਆਪਾਂ DC ਮੇਜਰਮੈਂਟ ਵਾਸਤੇ ਯੂਜ਼ ਕਰ ਸਕਦੇ ਹਾਂ, ਨਾਟ ਫॉर योर AC ਮੇਜਰਮੈਂਟਸ। ਸੋ ਨੈਕਸਟ ਇਜ਼ योर ਮੂਵਿੰਗ ਆਇਰਨ ਇੰਸਟਰੂਮੈਂਟਸ। ਜਿਹੜੀ PMMC ਦੇ ਵਿੱਚ ਪ੍ਰੋਬਲਮ ਸੀ ਕਿ ਆਪਾਂ ਸਿਰਫ DC ਮੇਜਰਮੈਂਟ ਵਾਸਤੇ ਹੀ ਯੂਜ਼ ਕਰ ਸਕਦੇ ਹਾਂ, ਉਹ ਰਿਮੂਵ ਹੋ ਪਾਈ ਬਾਈ ਯੂਜ਼ਿੰਗ योर ਮੂਵਿੰਗ ਆਇਰਨ ਇੰਸਟਰੂਮੈਂਟਸ। ਇਸ ਦੇ ਨਾਲ ਕੀ ਹੋਇਆ ਕਿ ਆਪਾਂ AC ਨੂੰ ਵੀ ਮੇਜਰ ਕਰ ਸਕਦੇ ਹਾਂ। ਅਗਰ ਆਪਾਂ AC ਕਰੰਟ ਦਿੰਦੇ ਹਾਂ, ਦੈਟ ਇਜ਼ ਆਲਟਰਨੇਟਿਵ ਕਰੰਟ ਦਿੰਦੇ ਹਾਂ, ਤਾਂ ਉਸ ਨੂੰ ਵੀ ਆਪਾਂ ਮੇਜਰ ਕਰ ਸਕਦੇ ਹਾਂ ਬਾਈ ਯੂਜ਼ਿੰਗ योर ਮੂਵਿੰਗ ਆਇਰਨ ਇੰਸਟਰੂਮੈਂਟਸ। ਇਸ ਦੇ ਵਿੱਚ ਆਪਾਂ ਆਪਣੇ ਕੋਲ ਦੋ ਟਾਈਪਸ ਦੇ ਹੁੰਦੇ ਆ ਮੂਵਿੰਗ ਆਇਰਨ ਇੰਸਟਰੂਮੈਂਟਸ। ਵਨ ਇਜ਼ योर ਅਟਰੈਕਟਿਵ ਟਾਈਪ ਐਂਡ ਅਦਰ ਇਜ਼ योर ਰਿਪਲਸਿਵ ਟਾਈਪ। ਉਹ ਮੈਂ ਤੁਹਾਨੂੰ ਜਦੋਂ ਡਾਇਗਰਾਮ ਸਮਝਾਊਂਗਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ। ਹੁਣ ਇਸ ਦੇ ਵਿੱਚ ਕੀ ਹੈ ਕਿ ਇਹ ਹੈ ਇੱਕ ਪਰਮਾਨੈਂਟ ਮੈਗਨੇਟ। ਪ੍ਰਿੰਸੀਪਲ ਸਭ ਦਾ ਉਹੀ ਲੌਜਿਕ ਉਹੀ ਰਹਿੰਦਾ ਹੈ ਕਿ ਕੋਇਲ ਦੇ ਵਿੱਚ, ਕੋਈ ਵੀ ਪਰਮਾਨੈਂਟ ਮੈਗਨੇਟ ਦੇ ਵਿੱਚ ਅਗਰ ਆਪਾਂ ਕੋਈ ਕੋਇਲ ਰੱਖਾਂਗੇ ਤੇ ਉਸ ਕੋਇਲ ਦੇ ਵਿੱਚ ਅਗਰ ਆਪਾਂ ਕਰੰਟ ਪਾਸ ਕਰਾਂਗੇ ਤਾਂ ਜਿੰਨਾ ਕਰੰਟ ਪਾਸ ਕਰਾਂਗੇ ਉਨੀ ਹੀ ਕੋਰਸਪੋਂਡਿੰਗਲੀ ਇੰਡੀਕੇਟਰ ਦੇ ਉੱਤੇ ਮੇਜਰਮੈਂਟ ਆਏਗੀ। ਕਿਉਂਕਿ ਜਦੋਂ ਵੀ ਆਪਾਂ ਕੋਇਲ ਨੂੰ ਪਰਮਾਨੈਂਟ ਮੈਗਨੇਟ ਫੀਲਡ ਦੇ ਵਿੱਚ ਰੱਖ ਰਹੇ ਹਾਂ ਤਾਂ ਉਸਦੇ ਵਿੱਚ ਮੂਵਮੈਂਟ ਆਉਂਦੀ ਹੈ, ਤੇ ਜਦੋਂ ਜਿੰਨੀ ਕੁ ਮੂਵਮੈਂਟ ਆਏਗੀ ਜਿਹੜੀ ਇੰਡੀਕੇਟਰ ਹੈ ਉਹ ਕੋਇਲ ਦੇ ਨਾਲ ਕਨੈਕਟਡ ਹੋਏਗਾ ਤੇ ਉਨਾ ਕੀ ਇੰਡੀਕੇਟਰ ਮੂਵ ਕਰ ਜਾਏਗਾ। ਹੁਣ ਸੀ ਦਿਸ ਡਾਇਗਰਾਮ। ਇਸ ਡਾਇਗਰਾਮ ਦੇ ਵਿੱਚ ਆਪਾਂ ਕੀ ਕੀਤਾ, ਆਪਾਂ ਮੂਵਿੰਗ ਆਇਰਨ ਲੈ ਲਿਆ ਐਂਡ ਦਿਸ ਇਜ਼ योर ਬੈਲੈਂਸਿੰਗ ਵੇਟ। ਤੁਹਾਨੂੰ ਆਪਣੀ ਓਰੀਜਨਲ ਪੋਜੀਸ਼ਨ ਤੇ ਲੈ ਕੇ ਆਉਣ ਵਾਸਤੇ ਇਹੀ ਉਹੀ ਹੈ ਕਿ ਇੰਡੀਕੇਟਰ ਲਗਾਤਾ, ਦਿਸ ਇਜ਼ योर ਕੋਇਲ। ਹੁਣ ਇਸ ਦੇ ਨਾਲ ਕੀ ਹੋਏਗਾ ਕਿ ਜਦੋਂ ਆਪਾਂ ਦਿਸ ਇਜ਼ योर ਪਰਮਾਨੈਂਟ ਮੈਗਨੇਟ, ਜਦੋਂ ਪਰਮਾਨੈਂਟ ਮੈਗਨੇਟ ਦੇ ਕੋਰਸਪੋਂਡਿੰਗਲੀ ਜਦੋਂ ਕੋਇਲ ਦੇ ਵਿੱਚ ਆਪਾਂ ਕਰੰਟ ਪਾਸ ਕਰਾਂਗੇ ਤਾਂ ਕੋਇਲ ਦੇ ਵਿੱਚ ਇੱਕ ਮੈਗਨੈਟਿਕ ਫੀਲਡ ਜਨਰੇਟ ਹੋਏਗਾ। ਮੈਗਨੈਟਿਕ ਫੀਲਡ ਜਨਰੇਟ ਹੋਣ ਦੇ ਨਾਲ ਉਸਦੇ ਵਿੱਚ ਮੂਵਮੈਂਟ ਆਏਗੀ, ਤੇ ਉਹ ਮੂਵਮੈਂਟ ਜਾਂ ਇੱਕ ਮੈਗਨੈਟਿਕ ਫੀਲਡ ਜਨਰੇਟ ਹੋਣ ਦੇ ਨਾਲ ਕੀ ਹੋਏਗਾ ਕਿ ਆ ਜਿਹੜੀ ਆਇਰਨ ਹੈ, ਆ ਜਿਹੜੀ ਸਰਕੂਲਰ ਫਾਰਮ ਦੇ ਵਿੱਚ ਆਇਰਨ ਹੈ, ਉਹ ਉਸਦੇ ਵੱਲ ਅਟਰੈਕਟ ਹੋ ਜਾਏਗੀ। ਜਦੋਂ ਉਸਦੇ ਵੱਲ ਅਟਰੈਕਟ ਹੋਏਗੀ ਉਸਦੇ ਵਿੱਚ ਆ ਇੰਡੀਕੇਟਰ ਲੱਗਿਆ ਹੋਇਆ ਉਹ ਵੀ ਨਾਲ ਦੀ ਨਾਲ ਮੂਵ ਕਰ ਜਾਏਗਾ। ਮਤਲਬ ਕੀ ਹੈ ਕਿ ਜਿੰਨੀ ਇਹ ਆਇਰਨ ਅਟਰੈਕਟ ਹੋਏਗੀ ਟੂਵਰਡਸ ਦ ਸੈਂਟਰ ਆਫ ਦ ਕੋਇਲ, ਉਨਾ ਹੀ ਤੁਹਾਡੇ ਕੋਲ ਡਿਫਲੈਕਸ਼ਨ ਆਏਗਾ। ਇੱਕ ਜਸਟ ਆਪਾਂ ਸਿੰਪਲੀ ਐਗਜ਼ਾਮਪਲ ਲੈ ਕੇ ਰੱਖੀਏ ਤਾਂ ਜਸਟ ਇਹ ਕਹਿ ਲਓ ਕਿ ਇੱਕ ਰਿੰਗ ਲੈ ਲਓ। ਰਿੰਗ ਦੇ ਵਿੱਚ ਆਪਾਂ ਇੱਕ ਜਸਟ ਕੋਇਲ ਰੱਖਤੀ, ਜਦੋਂ ਉਸ ਦੇ ਵਿੱਚ ਆਪਾਂ ਕਰੰਟ ਪਾਸ ਕੀਤਾ ਉਹ ਰਿੰਗ ਜਿਹੜੀ ਹੈ ਉਹ ਅਟਰੈਕਟ ਹੋਏਗੀ ਤਾਂ ਉਹ ਇੱਕ ਸਾਈਡ ਤੋਂ ਮੂਵ ਕਰ ਜਾਏਗੀ, ਤੇ ਜਿੰਨੀ ਕੁ ਮੂਵ ਕਰੇਗੀ ਉਸਦੇ ਕੋਰਸਪੋਂਡਿੰਗਲੀ ਤੁਹਾਡੇ ਕੋਲ ਇੱਥੇ ਇੰਡੀਕੇਟਰ ਦੇ ਵਿੱਚ ਮੂਵਮੈਂਟ ਆਏਗੀ। ਨਾਓ ਹੁਣ ਜਿਹੜੀਆਂ ਤੁਹਾਡੇ ਕੋਲ ਦੋ ਟਾਈਪਸ ਦੀਆਂ ਸੀ ਕਿ ਇਹਦੇ 'ਚ ਹੈ ਕਿ ਇਨ ਅਟਰੈਕਟਿਵ ਟਾਈਪ current in the stationary coil provides magnetic field and due to this the soft iron piece is also magnetized and attracted towards the center of coil। ਇੱਥੇ coil ਦੇ ਵੱਲ ਦੇ center ਵੱਲ attract ਹੋ ਜਾਏਗਾ ਤੇ ਜਿੰਨਾ ਕੁ ਖਿੱਚ ਪਏਗੀ ਉਸਦੇ ਉੱਤੇ ਉਨਾ ਹੀ ਇੰਡੀਕੇਟਰ ਤੇ ਵੀ ਖਿੱਚ ਪਏਗੀ ਐਂਡ ਇੰਡੀਕੇਟਰ will move down and the reading is shown। ਜਿੰਨਾ ਕੁ ਆਪਣੇ ਕੋਲ ਕਰੰਟ ਜ਼ਿਆਦਾ ਪਾਸ ਕਰਾਂਗੇ ਉਨੀ ਜ਼ਿਆਦਾ ਮੈਗਨੇਟਾਈਜੇਸ਼ਨ ਹੋਏਗੀ, ਉਨੀ ਜ਼ਿਆਦਾ ਜਿਹੜੀ ਕੋਇਲ ਯੋਰ ਮੂਵਿੰਗ ਆਇਰਨ ਹੈ ਉਹ ਉਨੀ ਜ਼ਿਆਦਾ ਮੂਵ ਕਰੇਗੀ, ਤੇ ਜਿੰਨੇ ਜ਼ਿਆਦਾ ਮੂਵ ਕਰੇਗੀ ਉਨਾ ਕਿ ਇੰਡੀਕੇਟਰ ਮੂਵ ਕਰੇਗਾ ਐਂਡ ਯੋਰ ਦਿਸ ਇਜ਼ ਅ ਡਾਇਰੈਕਟਲੀ ਪ੍ਰੋਪੋਰਸ਼ਨਲ ਰਿਲੇਸ਼ਨ। ਜਿੰਨਾ ਕੁ ਆਪਾਂ ਕਰੰਟ ਦੇ ਰਹੇ ਹਾਂ ਉਸਦੇ ਕੋਰਸਪੋਂਡਿੰਗਲੀ ਹੀ ਮੂਵਮੈਂਟ ਆ ਰਹੀ ਹੈ। ਸੋ F is directly proportional to H square. H is your field strength of the coil. So H and I are directly proportional to each other, and we know that I square is directly proportional to 5, which is your deflecting torque। मतलब जिन्ना करंट पास करांगे उन्नी ही थोड़े कोल जिहड़ा इंडिकेटर है वो मूव करेगा।
ਨਾਓ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਜਿਹੜੇ ਮੂਵਿੰਗ ਟਾਈਪ ਇੰਸਟਰੂਮੈਂਟਸ ਨੇ ਦੇ ਆਰ ਆਫ ਟੂ ਟਾਈਪਸ, ਵਨ ਇਜ਼ ਅਟਰੈਕਟਿਵ ਐਂਡ ਅਦਰ ਇਜ਼ ਯੋਰ ਰਿਪਲਸਿਵ। ਹੁਣ ਪਿੱਛੇ ਜਿਹੜਾ ਸੀਗਾ ਆਪਾਂ ਕੀਤਾ ਸੀ ਅਟਰੈਕਟਿਵ, ਹੁਣ ਇਸ ਦੇ ਵਿੱਚ ਆਪਾਂ ਕੀ ਕਰਾਂਗੇ ਰਿਪਲਸਿਵ। ਰਿਪਲਸਿਵ ਦੇ ਵਿੱਚ ਆਪਾਂ ਕੀ ਕਰਦੇ ਹਾਂ, ਇੱਕ ਸਿੰਪਲ ਜਸਟ ਇੰਡੀਕੇਟਰ ਲੈ ਲਿਆ, ਦਿਸ ਇਜ਼ ਯੋਰ ਸਪਿੰਡਲ, ਉਸਦੇ ਆਸ-ਪਾਸ ਆਪਾਂ ਇੱਕ ਮੂਵਿੰਗ ਇੰਸਟਰੂਮੈਂਟ ਲਗਾਤਾ, ਮਤਲਬ ਇੱਕ ਵਾਇਰ ਲਗਾਤੀ ਸਰਕੂਲਰ ਫਾਰਮ ਦੇ ਵਿੱਚ। ਨੀਚੇ ਜਿਹੜਾ ਹੈ ਦਿਸ ਜਿਹੜਾ ਨਿਚਲਾ ਪੋਰਸ਼ਨ ਹੈ ਉਹ ਇੱਕ ਫਿਕਸਡ ਆਇਰਨ ਹੈ ਐਂਡ ਦਿਸ ਇਜ਼ ਯੋਰ ਮੂਵਿੰਗ ਆਇਰਨ। ਹੁਣ ਜਦੋਂ ਹੀ ਆਪਾਂ ਕਰੰਟ ਕੋਇਲ ਦੇ ਵਿੱਚ ਕਰੰਟ ਪਾਸ ਕਰਾਂਗੇ ਤੇ ਕਰੰਟ ਪਾਸ ਕਰਨ ਦੇ ਨਾਲ ਕੀ ਹੋਏਗਾ, ਮੈਗਨੈਟਿਕ ਫੀਲਡ ਜਨਰੇਟ ਹੋਏਗਾ। ਮੈਗਨੈਟਿਕ ਫੀਲਡ ਜਨਰੇਟ ਹੋਏਗਾ, ਦੋਨਾਂ ਦੇ ਉੱਤੇ ਆਪੋਜ਼ਿਟ ਮੈਗਨੈਟਿਕ ਫੀਲਡ ਲੱਗੇਗਾ ਤੇ ਜਦੋਂ ਦੋ ਸੇਮ ਪੋਲੈਰਿਟੀ ਦੀਆਂ ਚੀਜ਼ਾਂ ਆਪਣੇ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ ਤਾਂ ਉਹ ਰਿਪੈਲ ਕਰਨਗੀਆਂ ਈਚ ਅਦਰ, ਤੇ ਜਿੰਨੀ ਕਿ ਇਹਦੇ 'ਚ ਰਿਪਲਸ਼ਨ ਆਏਗੀ ਬਿਟਵੀਨ ਦ ਟੂ ਪੀਸਿਸ, ਇੱਕ ਸਰਕੂਲਰ ਜਿਹੜਾ ਆ ਪੀਸ ਹੈ ਤੇ ਜਿਹੜਾ ਆ ਨੀਚੇ ਲੱਗਿਆ ਹੋਇਆ, ਇਹਨਾਂ ਵਿੱਚ ਜਿੰਨੀ ਕੁ ਰਿਪੈਲਸ਼ਨ ਹੋਏਗੀ, ਜਿੰਨੀ ਕੁ ਰਿਪਲਸ਼ਨ ਹੋਏਗੀ ਉਸਦੇ ਕੋਰਸਪੋਂਡਿੰਗਲੀ ਤੁਹਾਡੇ ਕੋਲ ਇੰਡੀਕੇਟਰ ਮੂਵ ਕਰੇਗਾ ਐਂਡ ਆਪਣੇ ਕੋਲ ਕੋਰਸਪੋਂਡਿੰਗਲੀ ਵੋਲਟੇਜ ਜਾਂ ਕਰੰਟ ਨੂੰ ਤੁਸੀਂ ਮੈਜ਼ਰ ਕਰ ਸਕਦੇ ਹੋ। ਇਸ ਦੇ 'ਚ ਕੀ ਕੀਤਾ ਆਪਾਂ, ਜਸਟ ਕੋਇਲਸ ਨੂੰ ਕੀ ਕੀਤਾ, ਫਿਕਸ ਕਰਤਾ, ਸੌਰੀ ਜਿਹੜੇ ਪੀਸ ਆਫ ਆਇਰਨ ਹੈ ਉਹਨਾਂ ਨੂੰ ਫਿਕਸ ਰੱਖਿਆ, ਬਾਕੀ ਜਿਹੜੇ ਮੈਗਨੈਟਿਕ ਫੀਲਡ ਜਨਰੇਟ ਹੋ ਰਿਹਾ ਉਹ ਕੋਇਲ ਦੇ ਥਰੂ ਹੋ ਰਿਹਾ। ਸੋ ਜਿੰਨਾ ਕਿ ਇਹਨਾਂ ਉੱਤੇ ਮੈਗਨੈਟਿਕ ਫੀਲਡ ਲੱਗੇਗਾ ਉਸਦੇ ਕੋਰਸਪੋਂਡਿੰਗਲੀ ਉਹ ਰਿਪੈਲ ਕਰਨਗੇ, ਤੇ ਜਿੰਨੀ ਕਿ ਇਹਨਾਂ 'ਚ ਰਿਪਲਸ਼ਨ ਹੋਏਗੀ ਉਸਦੇ ਕੋਰਸਪੋਂਡਿੰਗਲੀ ਇੰਡੀਕੇਟਰ ਮੂਵ ਕਰੇਗਾ। ਸੋ ਇਸ ਦੇ ਸਭ ਤੋਂ ਬੈਟਰ ਫਾਇਦਾ ਕੀ ਹੈ, ਇਟ ਕੈਨ ਬੀ ਯੂਜ਼ ਟੂ ਮੇਜਰ AC ਐਂਡ DC, ਸਿੰਸ ਕਿਉਂਕਿ ਜਦੋਂ ਪੋਲੈਰਿਟੀ ਚੇਂਜ ਹੋਏਗੀ ਆਫ AC ਦੀ, ਉਸ ਟਾਈਮ ਜਿਹੜੀ ਸੌਫਟ ਆਇਰਨ ਹੈ ਉਸਦੇ ਵਿੱਚ ਪੋਲੈਰਿਟੀ ਵੀ ਰਿਵਰਸ ਹੋ ਜਾਏਗੀ ਐਂਡ ਡਿਫਲੈਕਸ਼ਨ ਇਨ ਇੰਡੀਕੇਟਰ ਇਜ਼ ਸ਼ੋਨ। ਤਾਂ ਕੋਈ ਫਰਕ ਨਹੀਂ ਪਏਗਾ ਕਿ ਜਦੋਂ ਆਪਣਾ AC ਸਿਗਨਲ ਮੂਵਸ ਫਰੋਮ ਪੋਜ਼ਿਟਿਵ ਸਾਈਕਲ ਟੂ ਦ ਨੈਗੇਟਿਵ ਸਾਈਕਲ, ਤਾਂ ਉਸ ਟਾਈਮ ਜਦੋਂ ਉਹਨਾਂ ਦੀ ਪੋਲੈਰਿਟੀ ਚੇਂਜ ਹੋ ਰਹੀ ਹੈ ਸੇਮ ਫੀਲਡ ਦੀ ਵੀ ਪੋਲੈਰਿਟੀ ਚੇਂਜ ਹੋ ਜਾਏਗੀ ਤੇ ਐਂਡ ਯੋਰ ਜਿਹੜਾ ਆਇਰਨ ਜੋ ਵੀ ਆਇਰਨ ਦੇ ਉੱਤੇ ਪੋਲੈਰਿਟੀ ਲੱਗ ਰਹੀ ਹੈ ਉਹ ਵੀ ਰਿਵਰਸ ਹੋ ਜਾਏਗੀ ਐਂਡ ਯੋਰ ਡਿਫਲੈਕਸ਼ਨ ਤੇ ਉਸਦੇ ਕੋਰਸਪੋਂਡਿੰਗ ਡਿਫਲੈਕਸ਼ਨ ਜਿਹੜੀ ਹੈ ਉਹ ਰਹੇਗੀ ਹੀ ਰਹੇਗੀ ਔਨ ਦ ਇੰਡੀਕੇਟਰ। ਸੋ ਦਿਸ ਇਜ਼ ਐਨ ਬੈਟਰ ਇੰਸਟਰੂਮੈਂਟ which is used to measure your DC as well as your AC. So the advantages of it is it can be used for AC and DC. Instrument is robust, मतलब strong instrument है, as the moving part does not carry current. जो दो ਆਪਾਂ ਆਇਰਨ ਪੀਸਿਸ ਲਿੱਤੇ ਸੀ ਉਸ ਦੇ ਵਿੱਚ ਆਪਾਂ ਕਰੰਟ ਪਾਸ ਨਹੀਂ ਕਰ ਰਹੇ ਹਾਂ, ਉਹ ਇੱਕ ਜਸਟ ਮੂਵਿੰਗ ਪਾਰਟਸ ਹੈ, ਉਹਦੇ 'ਚ ਕੋਈ ਕਰੰਟ ਨਹੀਂ ਹੈ। ਸੋ ਇਸ ਦੀ ਰਿਲਾਇਬਿਲਿਟੀ ਐਜ਼ ਵੈਲ ਐਜ਼ ਇਸ ਦੀ ਰੋਬਸਟਨੈਸ ਇਜ਼ very much high. For converting large range of ammeter or voltmeter, fixed coil turns and cross section is varied. अगर ਆਪਾਂ एमीटर ज़्यादा मतलब ज़्यादा करंट मेजर करना है या ज़्यादा वोल्टेज मेजर करनी है तो आप जस्ट कोयल ਦੇ ਜਿਹੜੇ ਟਰਨਸ ਹੈ ਉਹ ਵਧਾ ਦਾਂਗੇ ਜਾਂ ਉਸਦਾ ਕ੍ਰਾਸ ਸੈਕਸ਼ਨ ਨੂੰ ਵੇਰੀ ਕਰ ਦਾਂਗੇ, ਤੇ ਉਹਨਾਂ ਵੇਰੀਏਸ਼ਨ ਕਰਨ ਦੇ ਨਾਲ ਆਪਣੇ ਕੋਲ ਐਮੀਟਰ ਤੇ ਵੋਲਟਮੀਟਰ ਦੀ ਜਿਹੜੀ ਰੇਂਜ ਹੈ ਉਹ ਵੱਧ ਸਕਦੀ ਹੈ। ਐਜ਼ ਦ ਮੂਵਿੰਗ ਜਿਹੜੇ ਪਾਰਟਸ ਹੈ ਉਹਨਾਂ ਨੂੰ ਆਪਾਂ ਨੂੰ ਚੇਂਜ ਕਰਨਾ ਜਾਂ ਉਸ ਨੂੰ ਵੇਰੀ ਕਰਵਾਉਣ ਦੀ ਉਹ ਆਪਾਂ ਨੂੰ ਜ਼ਰੂਰਤ ਨਹੀਂ ਪਏਗੀ, ਵਿਚ ਇਜ਼ ਇਟਸ ਮੇਨ ਐਡਵਾਂਟੇਜ। ਇਸਦੀ ਡਿਸਐਡਵਾਂਟੇਜ ਕੀ ਹੈ, ਨॉन यूनिफॉर्म स्केल। नॉन यूनिफॉर्म स्केल ਕੀ ਹੈ ਕਿ ਪ੍ਰੋਪਰ ਕਿੰਨੇ ਕੁ ਮੂਵਮੈਂਟ ਹੋਣੀ ਹੈ ਜਾਂ ਕਿੰਨਾ ਡਿਫਲੈਕਟ ਕਰੇਗਾ ਕਿੰਨਾ ਕੁ ਅਟਰੈਕਟ ਕਰੇਗਾ ਉਹ ਆਪਾਂ ਨੂੰ ਕਲੈਰਿਟੀ ਨਹੀਂ ਮਿਲਦੀ। ਐਂਡ ਸੈਕੰਡਲੀ ਜਦੋਂ ਵੀ ਆਪਾਂ AC ਕਰਦੇ ਹਾਂ ਤਾਂ AC ਦੇ ਵਿੱਚ ਫ੍ਰੀਕੁਐਂਸੀ ਹੁੰਦੀ ਹੈ, ਤੇ ਜਦੋਂ ਫ੍ਰੀਕੁਐਂਸੀ ਚੇਂਜ ਕਰਾਂਗੇ ਤਾਂ ਆਪਣੀ ਰਿਐਕਟੈਂਸ ਆਫ ਕੋਇਲ ਚੇਂਜ ਹੁੰਦੀ ਹੈ। ਅਗਰ ਰਿਐਕਟੈਂਸ ਚੇਂਜ ਹੋਏਗੀ ਤਾਂ ਆਪਣੀ ਕੈਲੀਬ੍ਰੇਸ਼ਨ ਆਫ ਦ ਇੰਸਟਰੂਮੈਂਟ ਵਿਲ ਡਿਸਟਰਬ ਆਊਟ, ਤਾਂ ਆਪਣੀ ਕੈਲੀਬ੍ਰੇਸ਼ਨ ਹੈ ਥੋੜ੍ਹੀ ਬਹੁਤ ਚੇਂਜ ਜ਼ਰੂਰ ਹੁੰਦੀ ਹੈ। ਸੋ this is the main disadvantage of this moving type instruments. Next is your dynamometer type instruments. ਡਾਇਨਾਮੋਮੀਟਰ ਵੀ ਇੱਕ ਐਸਾ ਇੰਸਟਰੂਮੈਂਟ ਬਣਾਇਆ ਗਿਆ ਸੀ ਜਿਸ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਦੈਟ ਕੈਨ ਬੀ ਯੂਜ਼ਡ ਫॉर AC ਐਜ਼ ਵੈਲ ਐਜ਼ DC ਮੇਜਰਮੈਂਟ, ਕਿ ਆਪਾਂ AC ਨੂੰ ਵੀ ਮੇਜਰ ਕਰ ਸਕਦੇ ਹਾਂ DC ਨੂੰ ਵੀ ਮੇਜਰ ਕਰ ਸਕਦੇ ਹਾਂ ਇਨ ਯੋਰ ਡਾਇਨਾਮੋਮੀਟਰ। ਇਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਸਟ ਸੀ ਦਿਸ ਡਾਇਗਰਾਮ। ਅਗਰ ਇਸ ਡਾਇਗਰਾਮ ਦੇ ਵਿੱਚ ਆਪਾਂ ਦੇਖੀਏ ਇੱਕੋ ਹੀ ਜਿਹੜੀ ਕੋਇਲ ਹੈ ਉਹ ਇਸ ਮੈਗਨੇਟ ਦੇ ਇਸ ਇੱਥੇ ਕੋਇਲ ਰਾਊਂਡ ਕੀਤੀ ਗਈ, ਸੇਮ ਵਾਇਰ ਇਜ਼ ਰਾਊਂਡ on this moving coil and the again that wire is moved to the another coil। मतलब ਤਿੰਨੋਂ ਜਿਹੜੇ हैं they are in series with each other। ਜਿਹੜੇ ਤਿੰਨੋਂ coils हैं they are in series with each other। ਤੇ ਉਸ ਦੇ ਨਾਲ ਕੀ ਹੋਏਗਾ ਕਿ ਜਦੋਂ
ਇੱਥੇ ਦੋ ਪੋਲਸ ਬਣ ਜਾਣਗੇ, ਸਾਊਥ ਐਂਡ ਨਾਰਥ ਐਂਡ ਸਾਊਥ ਪੋਲ। ਕੋਰਸਪੋਂਡਿੰਗਲੀ ਜਦੋਂ north and south, these are the two fields, opposite field which are generated, so they are in try to in line with each other, ਤਾਂ ਇਸ ਮੂਵਿੰਗ ਕੋਇਲ ਦੇ ਵਿੱਚ ਮੂਵਮੈਂਟ ਆਏਗੀ। ਹੁਣ ਜਦੋਂ ਹੀ AC ਸਾਈਕਲ ਆਇਆ, ਮਤਲਬ ਪੋਜ਼ੀਟਿਵ ਸਾਈਕਲ ਤੋਂ ਬਾਅਦ ਨੈਗੇਟਿਵ ਸਾਈਕਲ ਆਏਗਾ, ਇਸ ਦੀ ਪੋਲੈਰਿਟੀ ਰਿਵਰਸ ਹੋ ਜਾਏਗੀ। ਜਦੋਂ ਇਹਨਾਂ ਦੀ ਪੋਲੈਰਿਟੀ ਰਿਵਰਸ ਹੋਏਗੀ ਤਾਂ ਪੋਲੈਰਿਟੀ ਦੋਨਾਂ ਦੀ ਰਿਵਰਸ ਹੋਏਗੀ, ਦੈਟ ਇਜ਼ ਫਿਕਸਡ ਕੋਇਲ ਦੀ ਵੀ ਐਜ਼ ਵੈਲ ਐਜ਼ ਮੂਵਿੰਗ ਕੋਇਲ ਦੀ ਵੀ। ਅਤੇ ਪੋਲੈਰਿਟੀ ਰਿਵਰਸ ਹੋਣ ਦੇ ਨਾਲ ਤਾਂ ਵੀ ਕੋਈ ਫਰਕ ਨਹੀਂ ਪਏਗਾ, ਉਹ ਉਨੀ ਹੀ ਮੂਵਮੈਂਟ ਸ਼ੋ ਕਰੇਗਾ ਯੋਰ ਮੂਵਿੰਗ ਕੋਇਲ, ਅਤੇ ਆਪਣੀ ਇੰਡੀਕੇਸ਼ਨ ਸ਼ੋ ਹੋ ਜਾਏਗੀ। that means this dynamometer is used to measure your AC as well as DC। ਹੁਣ ਇਸ ਦੇ ਵਿੱਚ ਆਪਾਂ ਹੁਣ ਇਸ ਦਾ ਬੇਸਿਕ ਪ੍ਰਿੰਸੀਪਲ ਕੀ ਹੈ, ਆਪਾਂ 3 ਕੋਇਲਸ ਲੈਂਦੇ ਹਾਂ। 2 ਕੋਇਲਸ ਜਿਹੜੀਆਂ ਹੈ ਫਿਕਸਡ ਹੈ, ਜਿਹੜੀ ਸੈਂਟਰ ਵਾਲੀ ਕੋਇਲ ਹੁੰਦੀ ਹੈ ਉਹ ਮੂਵਿੰਗ ਹੁੰਦੀ ਹੈ। ਅਤੇ ਜਦੋਂ ਆਪਾਂ ਇਸ ਕੋਇਲ ਦੇ ਵਿੱਚ ਕਰੰਟ ਪਾਸ ਕਰਦੇ ਹਾਂ ਸੈਂਟਰਲ 'ਤੇ, ਤਾਂ ਇਸ ਦੇ ਵਿੱਚ ਮੂਵਮੈਂਟ ਆਏਗੀ, ਅਤੇ ਜਦੋਂ ਮੂਵਮੈਂਟ ਆਏਗੀ ਉਸਦੇ ਕੋਰਸਪੋਂਡਿੰਗਲੀ ਤੁਹਾਡੇ ਕੋਲ ਜੋ ਉੱਪਰ ਇੰਡੀਕੇਟਰ ਲੱਗਿਆ ਹੋਏਗਾ ਜਾਂ ਪੁਆਇੰਟਰ ਲੱਗਿਆ ਹੋਏਗਾ ਉਹ ਵੀ ਮੂਵ ਕਰੇਗਾ। ਦ ਪ੍ਰਿੰਸੀਪਲ ਰਿਮੇਨਸ ਦ ਸੇਮ। ਬਟ ਇਹਦੇ 'ਚ ਕੀ ਹੁੰਦਾ ਕਿ ਜਦੋਂ ਆਪੋਜ਼ਿਟ ਪੋਲੈਰਿਟੀ ਆਏਗੀ, ਦੈਟ ਮੀਨਸ ਅਗਰ ਆਪਾਂ AC ਕਰੰਟ ਨੂੰ ਮੇਜਰ ਕਰਨਾ ਚਾਹੁੰਦੇ ਹਾਂ ਤਾਂ ਪੋਜ਼ੀਟਿਵ ਸਾਈਕਲ ਦੇ ਡਿਊਰਿੰਗ ਤਾਂ ਉਹ ਆਪਣਾ ਸੇਮ ਪੋਜੀਸ਼ਨ 'ਤੇ ਰਹੇਗਾ, ਸੇਮ ਪ੍ਰਿੰਸੀਪਲ ਫੋਲੋ ਹੋਏਗਾ। ਜਦੋਂ ਨੈਗੇਟਿਵ ਪੋਲੈਰਿਟੀ ਆਏਗੀ, ਮਤਲਬ ਨੈਗੇਟਿਵ ਸਾਈਕਲ ਆਏਗਾ, ਉਸ ਟਾਈਮ ਇਹਨਾਂ ਦੋਨਾਂ ਦੀ ਵੀ ਪੋਲੈਰਿਟੀ ਡਿਫਰ ਹੋ ਜਾਏਗੀ, ਅਤੇ ਪੋਲੈਰਿਟੀ ਡਿਫਰ ਹੋਣ ਦੇ ਨਾਲ ਇੰਡੀਕੇਸ਼ਨ ਦੇ ਵਿੱਚ ਕੋਈ ਫਰਕ ਨਹੀਂ ਪਏਗਾ। So dynamometer is used in which 3 moving coils are taken, and these 3 moving coils are your 2 are fixed, 1 is your moving coil, and these 3 coils are in series with each other। ਉਹ ਸੀਰੀਜ਼ 'ਚ ਹੁੰਦੇ ਹੈ, ਅਤੇ ਜਦੋਂ ਇਸ ਦੇ ਵਿੱਚ ਆਪਾਂ ਕਰੰਟ ਪਾਸ ਕਰਦੇ ਹਾਂ, ਜਿਹੜੀ ਸੈਂਟਰ ਵਾਲੀ ਕੋਇਲ ਹੈ, ਜਦੋਂ ਇਸ ਦੇ ਵਿੱਚ ਡਿਫਲੈਕਸ਼ਨ ਆਏਗੀ ਉਹ ਵੀ ਆਪਾਂ ਮੇਜਰ ਕਰ ਸਕਦੇ ਹਾਂ ਐਜ਼ ਵੈਲ ਐਜ਼ ਫॉर ਦ AC। So when the current carrying moving coil is placed in magnetic field produced by the current carrying fixed coil, a force is exerted on the coil side of moving coil and deflection take place। Now is the दो coils ਹੁੰਦੀ ਹੈ, one is your current coil, another is your potential coil। जो fixed है ਉਹਨੂੰ ਆਪਾਂ current coil ਕਹਿ ਦਿੰਦੇ, जो move ਕਰ ਰਹੀ ਹੈ that is known as your potential coil। So these are the types of various types of voltmeter ammeter। ਹੁਣ ਅਗਰ ਆਪਾਂ ਵੋਲਟੇਜ 'ਤੇ ਆਪਣੀ ਕਰੰਟ ਨੂੰ ਮੇਜਰ ਕਰਨਾ ਹੈ ਜਾਂ ਤਾਂ ਉਹ ਆਪਾਂ ਥਰਮੋਕਪਲ ਪ੍ਰਿੰਸੀਪਲ 'ਤੇ ਵੀ ਮੇਜਰ ਕਰ ਸਕਦੇ ਹਾਂ। ਥਰਮੋਕਪਲ ਕੀ ਕਹਿੰਦਾ ਹੈ ਕਿ ਅਗਰ ਆਪਾਂ 2 ਮੈਟਲਸ ਨੂੰ ਆਪਸ ਦੇ ਵਿੱਚ ਕੰਬਾਈਨ ਕਰਦੇ ਹਾਂ ਅਤੇ ਉਸਦੇ ਜੰਕਸ਼ਨ ਨੂੰ ਜਦੋਂ ਆਪਾਂ ਹੀਟ ਕਰਾਂਗੇ ਤਾਂ ਉਹਨਾਂ ਦੇ ਵਿੱਚ ਇੱਕ ਪੋਟੈਂਸ਼ੀਅਲ ਜਨਰੇਟ ਹੋ ਜਾਂਦਾ ਹੈ, ਅਤੇ ਉਹ ਪੋਟੈਂਸ਼ੀਅਲ ਨੂੰ ਆਪਾਂ ਮੇਜਰ ਕਰਦੇ ਹਾਂ। ਹੁਣ ਪੋਟੈਂਸ਼ੀਅਲ ਨੂੰ ਜਦੋਂ ਆਪਾਂ ਮੇਜਰ ਕਰਨਾ ਹੈ ਉਹ ਆਪਾਂ ਐਮੀਟਰ ਦੇ ਥਰੂ ਕਰਦੇ ਹਾਂ। ਤਾਂ ਵੈਨ ਦ ਜੰਕਸ਼ਨ ਆਫ 2 ਡਿਫਰੈਂਟ ਮੈਟਲਸ ਇਜ਼ ਹੀਟਡ, ਹੀਟਿੰਗ ਕਿੰਨੀ ਹੋਏਗੀ, ਜਿੰਨੇ ਕੁ ਆਪਾਂ ਕਰੰਟ ਦੇਵਾਂਗੇ ਉਸਦੇ ਕੋਰਸਪੋਂਡਿੰਗਲੀ ਹੀਟਿੰਗ ਹੋਏਗੀ, ਅਤੇ ਜਿੰਨੀ ਕੁ ਹੀਟਿੰਗ ਹੋਏਗੀ ਉਹ ਪ੍ਰੋਡਿਊਸ ਹੋ ਜਾਏਗੀ ਇਨ ਫੋਰਮ ਆਫ ਵੋਲਟੇਜ, ਅਤੇ ਉਹ ਆਪਾਂ ਮੇਜਰ ਕਰ ਲਾਂਗੇ। ਹੁਣ ਸੀ ਦਿਸ ਪ੍ਰਿੰਸੀਪਲ, ਹੁਣ ਆਹ 2 ਮੈਟਲਸ ਹੈ, ਸੀ ਦਿਸ 1 ਵਾਇਰ, ਦਿਸ ਇਜ਼ ਯੋਰ ਸੈਕਿੰਡ ਵਾਇਰ। ਹੁਣ ਆਹ ਜਿਹੜੀ ਦੋਨੋਂ ਵਾਇਰਸ ਹੈ, ਅਗਰ ਆਪਾਂ ਇਸ ਨੂੰ ਥਰਮੋਕਪਲ ਮਤਲਬ ਇਸ ਨੂੰ ਆਪਾਂ ਕਰੰਟ ਪ੍ਰੋਵਾਈਡ ਕਰਾਂਗੇ, ਕਰੰਟ ਪ੍ਰੋਵਾਈਡ ਕੀਤਾ, ਇਸ ਦੇ ਵਿੱਚ ਆਪਣੇ ਕੋਲ ਹੀਟਿੰਗ ਜਨਰੇਟ ਹੋਈ, ਹੀਟਿੰਗ ਹੋਈ ਤਾਂ ਇਹਨਾਂ ਦੋਨੋਂ ਵਾਇਰਸ ਦੇ ਵਿੱਚ ਪੋਟੈਂਸ਼ੀਅਲ ਡਿਫਰੈਂਸ ਜਨਰੇਟ ਹੋ ਜਾਏਗਾ, ਅਤੇ ਉਹ ਪੋਟੈਂਸ਼ੀਅਲ ਡਿਫਰੈਂਸ ਆਪਾਂ ਐਮੀਟਰ ਜਾਂ ਵੋਲਟਮੀਟਰ ਦੇ ਥਰੂ ਦੇਖ ਸਕਦੇ ਹਾਂ। ਦਿਸ ਇਜ਼ ਯੋਰ ਵਨ ਮੈਥਡ ਕਿ ਜਦੋਂ ਆਪਣੇ ਕੋਲ ਇੱਕੋ ਹੀ ਸਿੰਗਲ ਟਾਈਪ ਨੂੰ ਆਪਾਂ ਯੂਜ਼ ਕਰਦੇ ਹਾਂ, ਮਤਲਬ ਇੱਕੋ ਵਾਇਰ ਨੂੰ, ਜਿਹੜੀ ਦੋਨੋਂ ਵਾਇਰਸ ਹੈ ਉਹਦੇ 'ਚੋਂ ਇੱਕ ਵਾਇਰ ਨੂੰ ਆਪਾਂ ਹੀਟਿੰਗ ਪ੍ਰੋਵਾਈਡ ਕਰ ਦਿੰਦੇ ਹਾਂ। ਬਟ ਸੈਕਿੰਡ ਕੇਸ ਕੀ ਹੈ, ਆਪਾਂ 2 ਅਲੱਗ-ਅਲੱਗ ਵਾਇਰਸ ਲੈ ਲਈਆਂ, ਜਦੋਂ ਇਸ ਦੇ ਵਿੱਚ ਮੇਨ ਰੈਜ਼ਿਸਟੈਂਸ ਦੇ ਵਿੱਚ ਆਪਾਂ ਕਰੰਟ ਜਿੰਨਾ ਪਾਸ ਕਰਾਂਗੇ ਉਸਦੇ ਕੋਰਸਪੋਂਡਿੰਗਲੀ ਹੀਟ ਜਨਰੇਟ ਹੋਏਗੀ, ਅਤੇ ਅਗਰ ਹੀਟ ਜਨਰੇਟ ਹੋ ਰਹੀ ਹੈ ਐਂਡ ਦੈਟ ਹੀਟ ਇਜ਼ ਪਾਸ ਟੂ ਦਿਸ ਪੋਟੈਂਸ਼ੀਅਲ, ਦੋਨਾਂ ਦੇ ਕੋਲ ਜਾਏਗੀ, ਅਤੇ ਹੀਟਿੰਗ ਕਰਕੇ ਦੋਨਾਂ ਦੇ ਵਿੱਚ ਪੋਟੈਂਸ਼ੀਅਲ ਆ ਜਾਏਗਾ, ਦੈਟ ਇਜ਼ ਯੋਰ ਥਰਮੋਕਪਲ। ਸੋ ਥਰਡ ਟਾਈਪ ਇਜ਼ ਕਿ ਆਪਾਂ ਡਾਇਰੈਕਟ ਕੰਟੈਕਟ ਨਾ ਲਈਏ, ਆਪਾਂ ਇੱਕ ਗਲਾਸ ਬੀਟਡ ਲੈ ਲੈਂਦੇ ਹਾਂ, ਜਿਸ ਦੇ ਨਾਲ ਕੀ ਹੁੰਦਾ ਕਿ ਉਹ ਥੋੜ੍ਹਾ ਜਿਹਾ ਵੀ ਹੀਟਿੰਗ ਇਫੈਕਟ ਹੈ ਉਹ ਨੋਟਡ ਹੋ ਜਾਂਦਾ ਹੈ। ਬਟ ਇਸਦਾ ਡਰਾਬੈਕ ਵੀ ਇਹ ਹੈ ਕਿ ਗਲਾਸ ਜਿਹੜਾ ਹੈ ਮਲਟੀਪਲ ਟਾਈਮ ਹੀਟ ਹੋ ਜਾਂਦਾ। ਐਂਡ ਨੈਕਸਟ ਇਜ਼ ਆਪਾਂ ਬ੍ਰਿਜ ਫਾਰਮ ਦੇ ਵਿੱਚ ਲੈਂਦੇ ਹਾਂ, ਜਿਹੜਾ ਮੇਨ ਯੂਜ਼ ਕੀਤਾ ਜਾਂਦਾ ਇਨ ਪ੍ਰੈਕਟੀਕਲੀ। ਅਗਰ ਆਪਾਂ ਯੂਜ਼ ਕਰੀਏ ਤਾਂ ਆਪਾਂ ਬ੍ਰਿਜ ਟਾਈਪ ਨੂੰ ਯੂਜ਼ ਕਰਦੇ ਹਾਂ। ਅਤੇ ਇਸਦੀ ਪਰ ਲਿਮਿਟੇਸ਼ਨਸ ਹੁਣ ਇਹੀ ਹੈ ਕਿ ਹੀਟਿੰਗ
कैन विदस्टैंड ओनली ओवर स्मॉल ओवरलोड। अगर थोड़ा ओवरलोड है ਤਾਂ ਹੀ पॉसिबल है हीटिंग। अगर टैंपरेचर राइज होएगा ਤਾਂ ਉਸ ਦੇ ਅਕੋਰਡਿੰਗਲੀ ਰੈਜ਼ਿਸਟੈਂਸ ਵੀ ਚੇਂਜ ਹੋਏਗੀ ਇਨ ਦ ਹੀਟਰ, ਐਂਡ ਅਗਰ ਰੈਜ਼ਿਸਟੈਂਸ ਚੇਂਜ ਹੋ ਰਹੀ ਹੈ ਤਾਂ ਤੁਹਾਡੇ ਕੋਲ ਜਿਹੜੀ ਆਊਟਪੁੱਟ ਹੈ ਉਹ ਡੈਫੀਨੇਟਲੀ ਵੇਰੀ ਕਰੇਗੀ। ਨੈਕਸਟ ਇਜ਼ योर ਸਿੰਗਲ ਫੇਸ એનર્ਜੀ ਮੀਟਰ। ਇਹ ਵੀ ਇੱਕ ਇੰਡਕਸ਼ਨ ਟਾਈਪ ਹੈ। ਅਗਰ ਆਪਾਂ ਤੁਸੀਂ ਇਹਨੂੰ ਪ੍ਰੈਕਟੀਕਲੀ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਘਰਾਂ ਵਿੱਚ ਜੋ ਮੀਟਰ ਲੱਗੇ ਹੋਏ ਹੈ, ਆਪਾਂ ਇਲੈਕਟ੍ਰੀਸਿਟੀ ਮੇਜਰ ਕਰਨ ਵਾਸਤੇ ਜੋ ਮੀਟਰ ਲੱਗਦੇ ਹੈ, ਦੇ ਆਰ ਆਲ ਯੋਰ ਸਿੰਗਲ ਫੇਸ એનર્ਜੀ ਮੀਟਰਸ। ਉਹ એનર્ਜੀ ਮੀਟਰਸ ਹੁੰਦੇ ਆ। ਇਸਦੇ 'ਚ ਕੀ ਲੌਜਿਕ ਚੱਲਦਾ ਹੈ ਕਿ ਦੀਜ਼ ਆਰ 2 ਕਰੰਟ ਕੋਇਲਸ, ਉਹਦੇ 'ਚ 2 ਕਰੰਟ ਕੋਇਲਸ ਹੁੰਦੀਆਂ। ਇੱਕ ਆ ਸੈਂਟਰ ਦੇ ਵਿੱਚ ਲੱਗੀ ਹੁੰਦੀ ਹੈ, ਦਿਸ ਇਜ਼ ਨੋਨ ਐਜ਼ ਯੋਰ ਪੋਟੈਂਸ਼ੀਅਲ ਕੋਇਲ। ਹੁਣ ਇਸ ਕਰੰਟ ਕੋਇਲ ਅਤੇ ਪੋਟੈਂਸ਼ੀਅਲ ਕੋਇਲ ਦੇ ਵਿੱਚ ਦੋਨੋਂ ਆਪਣਾ ਇੱਕ